ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਹਾਂਜੀ, ਅੱਜ ਆਪਾਂ ਰੋਹੀ ਬੀਆਬਾਨ ਨਾਵਲ ਬਾਰੇ ਪੜ੍ਹਾਂਗੇ, ਜਿਨ੍ਹਾਂ ਨੂੰ ਪ੍ਰਸਿੱਧ ਨਾਵਲਕਾਰ ਕਰਮਜੀਤ ਸਿੰਘ ਕੁੱਸਾ ਨੇ ਲਿਖਿਆ ਹੋਇਆ। ਸੋ ਇਹ ਨਾਵਲ ਦਾ ਜਿਹੜਾ ਵਿਸ਼ਾ ਹੈ ਜੀ, ਉਹ ਪੇਂਡੂ ਇਲਾਕੇ ਦੇ ਨਾਲ ਜੁੜਿਆ ਹੋਇਆ, ਮਾਲਵੇ ਦਾ ਪੇਂਡੂ ਇਲਾਕਾ। ਕਾਫੀ ਜਿਹੜੇ ਇਹਦੇ ਵਿੱਚ ਵਿਸ਼ੇ ਉੱਭਰ ਕੇ ਆਉਂਦੇ ਆ, ਜਿਵੇਂ ਗਰੀਬੀ ਹੈ, ਆਪਸੀ ਕਲੇਸ਼ ਹੈ, ਜਾਂ ਪਰਿਵਾਰਾਂ ਦੇ ਵਿੱਚ ਜਿਹੜੀਆਂ ਲੜਾਈਆਂ ਝਗੜੇ ਹੁੰਦੇ ਆ, ਮਾਰ ਕੁਟਾਈ ਹੁੰਦੀ ਹੈ, ਨਸ਼ਾ ਹੈ, ਭ੍ਰਿਸ਼ਟਾਚਾਰ ਹੈ, ਅਨੇਕਾਂ ਜਿਹੜੇ ਇਹਦੇ ਵਿੱਚ ਜੁੜੇ ਹੋਏ ਵਿਸ਼ੇ ਆ ਉਹ ਆਪਾਂ ਨੂੰ ਇਹਦੇ ਵਿੱਚ ਕਲੀਅਰ ਹੋਣਗੇ। ਸੋ ਇਸ ਤੋਂ ਪਹਿਲਾਂ ਆਪਾਂ ਇਹ ਨਾਵਲ ਦੀ ਸ਼ੁਰੂਆਤ ਕਰਦੇ ਹਾਂ। ਇਸ ਨਾਵਲ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ, ਕਿਸ ਤੋਂ ਹੁੰਦੀ ਹੈ? ਸੋ ਇਸ ਦੀ ਜਿਹੜੀ ਨਾਵਲ ਦੀ ਸ਼ੁਰੂਆਤ ਹੈ ਉਹ ਇੱਕ ਪਰਿਵਾਰ ਤੋਂ ਹੁੰਦੀ ਹੈ, ਜਿਹਦੇ ਵਿੱਚ ਪਤੀ ਪਤਨੀ ਅਤੇ ਉਹਨਾਂ ਦੇ ਬੱਚੇ ਰਹਿੰਦੇ ਆ। ਗਿੰਦਰ ਹੈ, ਜਿਹਦਾ ਪੂਰਾ ਨਾਮ ਜੋਗਿੰਦਰ ਹੈ। ਮਹਿੰਦਰੋ ਹੈ, ਉਹਦੀ ਪਤਨੀ ਹੈ। ਰਾਮੇ ਪਿੰਡ ਦੇ ਰਹਿਣ ਵਾਲੇ ਹੈ। 3 ਉਹਦੇ ਬੱਚੇ ਹੁੰਦੇ ਹੈ, ਜਿਨ੍ਹਾਂ ਦੇ ਵਿੱਚ ਗੋਰਾ ਹੈ ਅਤੇ ਇੱਕ 6 ਸਾਲਾਂ ਦਾ ਕੱਦੂ ਹੈ, ਅਤੇ ਇੱਕ ਨਿੱਕੀ ਜਿਹੀ ਕੁੜੀ ਹੈ 8। ਤਾਂ ਇਹ 3 ਬੱਚੇ ਆ, ਅਤੇ ਗਿੰਦਰ ਹਰ ਰੋਜ਼ ਸਵੇਰੇ ਜਿਹੜਾ ਖੇਤਾਂ ਨੂੰ ਕੰਮ ਕਰਨ ਜਾਂਦਾ ਹੈ, ਅਤੇ ਉਸਦੀ ਪਤਨੀ ਮਹਿੰਦਰੋ ਘਰ ਦੇ ਸਾਰੇ ਕੰਮ ਕਰਦੀ ਹੈ। ਪਿੰਡਾਂ ਦੇ ਮਾਹੌਲ ਦੇ ਅਨੁਸਾਰ ਇਹਦੇ ਵਿੱਚ ਉਵੇਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਦੱਸੀਆਂ ਗਈਆਂ। ਕੁੱਕੜ ਦੀ ਬਾਂਗ ਨਾਲ ਉੱਠਦੀ ਹੈ, ਅਤੇ ਸਵੇਰੇ ਉਹ ਜਲਦੀ ਉਹਦੀ ਜਿਹੜੀ ਬੇਟੀ ਉੱਠ ਖੜ੍ਹਦੀ ਹੈ, ਜਿਹਦੇ ਕਰਕੇ ਉਹਨੂੰ ਕੰਮ ਕਾਰ ਕਰਨਾ ਬਹੁਤ ਔਖਾ ਹੋ ਜਾਂਦਾ, ਕਿਉਂਕਿ ਉਹ ਬਹੁਤ ਚੀਕ ਚੰਗਿਆੜਾ ਪਾਉਂਦੀ ਹੈ। ਤਾਂ ਉਵੇਂ ਕੰਮ ਕਰਦੀ। ਉਸ ਤੋਂ ਬਾਅਦ ਉਹ ਗੋਰੇ ਨੂੰ ਸਕੂਲ ਭੇਜਦੀ ਹੈ, ਕੱਦੂ ਨੂੰ ਤਿਆਰ ਕਰਕੇ, ਅਤੇ ਸ਼ਾਮ ਨੂੰ ਸ਼ਾਹ ਵੇਲੇ ਜਿਹੜਾ ਮਤਲਬ ਉਹਦਾ ਪਤੀ ਹੈ ਗਿੰਦਰ ਘਰੇ ਆਉਂਦਾ, ਖੇਤ ਚਾਹ ਪਹੁੰਚਾਉਂਦੀ ਹੈ। ਤਾਂ ਉਸ ਤੋਂ ਬਾਅਦ ਜਿਹੜੀ ਮਹਿੰਦਰੋ ਹੈ ਉਹਨੂੰ ਇਹ ਹੁੰਦਾ ਵੀ ਜਦੋਂ ਉਹਦਾ ਪੁੱਤ ਘਰੇ ਆਉਂਦਾ ਗੋਰਾ, ਤਾਂ ਉਹ ਕੁੜੀ ਨੂੰ ਸੰਭਾਲੇ, ਪਰ ਉਹਨੂੰ ਜਿਹੜਾ ਖੇਡਣ ਦਾ ਲਾਲਚ ਹੁੰਦਾ। ਤਾਂ ਕਾਫੀ ਇਹਦੇ ਵਿੱਚ ਪਰਿਵਾਰਕ ਗੱਲਾਂ ਜਿਹੜੀਆਂ ਨਿਕਲ ਕੇ ਆਉਂਦੀਆਂ, ਕਿਉਂਕਿ ਉਹ ਛੋਟਾ ਬੱਚਾ ਹੈ, ਜ਼ਿਆਦਾ ਏਜ ਨਹੀਂ ਹੈਗੀ, ਕਿਉਂਕਿ 8-9 ਸਾਲਾਂ ਦਾ ਬੱਚਾ ਹੁੰਦਾ, ਉਹਨੂੰ ਖੇਡਣ ਦਾ ਲਾਲਚ ਹੈ। ਤਾਂ ਉਹ ਆਪਦੇ ਦੋਸਤਾਂ ਨਾਲ ਖੇਡਣ ਦੀ ਜਿਹੜੀ ਜ਼ਿਆਦਾ ਉੱਧਰ ਧਿਆਨ ਰੱਖਦਾ, ਅਤੇ ਕੁੜੀ ਨੂੰ ਘੱਟ ਚੁੱਕਦਾ, ਜਿਹਦੇ ਕਰਕੇ ਕਈ ਵਾਰ ਮਹਿੰਦਰੋ ਗੁੱਸੇ ਵਿੱਚ ਆ ਕੇ ਉਹਨੂੰ ਕੁੱਟਦੀ ਵੀ ਹੈ। ਕਈ ਵਾਰ ਤਾਂ ਸਕੂਲੋਂ ਆ ਕੇ ਰੋਟੀ ਖਾ ਕੇ ਨਾਲ ਦੀ ਨਾਲ ਹੀ ਖਿਸਕ ਜਾਂਦਾ, ਅਤੇ ਕਈ ਵਾਰ ਮਹਿੰਦਰੋ ਫਿਰ ਉਹਨੂੰ ਗਾਲਾਂ ਕੱਢਦੀ ਹੈ ਵੀ ਉਹ ਵਾਪਸ ਘਰੇ ਆ ਜਾਏ। ਤਾਂ ਕਾਫੀ ਜਿਹੜੀਆਂ ਇਹਦੇ ਵਿੱਚ ਗੱਲਾਂ ਨਿਕਲ ਕੇ ਆਉਂਦੀਆਂ ਪਰਿਵਾਰਾਂ ਦੇ ਵਿੱਚੋਂ। ਤਾਂ ਕਈ ਵਾਰ ਉਹਨੂੰ ਉਹ ਫੜ ਵੀ ਲਿਆਉਂਦੀ ਹੈ, ਫਿਰ ਉਹਨੂੰ ਕੁੱਟਦੀ ਵੀ ਇਹਦੇ ਵਿੱਚ। ਫਿਰ ਇਹਦੇ ਵਿੱਚ ਆਪਾਂ ਕਾਫੀ ਚੀਜ਼ਾਂ, ਜਿਵੇਂ ਮਲਾਗਰ ਹੈ, ਉਹਨੇ ਉਹਨੂੰ ਕਿਹਾ ਵੀ ਉਹਨੂੰ ਕੁੱਟਣਾ ਨਹੀਂ ਚਾਹੀਦਾ। ਉਹਨਾਂ ਦਾ ਜਿਹੜਾ ਗਵਾਂਢੀ ਹੈ ਉਹਨੂੰ ਛੁਡਾਉਂਦੇ ਨੇ, ਕਿਉਂਕਿ ਫਿਰ ਉਹ ਗੁੱਸੇ ਦੇ ਵਿੱਚ ਜਦੋਂ ਕੁੱਟਦੀ ਹੈ। ਤਾਂ ਇੱਕ ਦਿਨ ਸਕੂਲੋਂ ਆ ਕੇ ਕੱਦੂ ਨੇ ਵੀ ਮਹਿੰਦਰ ਨੂੰ ਦੱਸਿਆ ਕਿ ਗੋਰੇ ਨੂੰ ਅੱਜ ਸਕੂਲ 'ਚ ਕੁੱਟ ਪਈ ਹੈ। ਜਿਹੜਾ ਉਹਨਾਂ ਦਾ ਦੂਜਾ ਬੇਟਾ ਕੱਦੂ, ਉਹਨੇ ਦੱਸਿਆ ਵੀ ਅੱਜ ਗੋਰੇ ਦੇ ਕੁੱਟ ਪਈ ਹੈ। ਅਤੇ ਇੰਨੇ ਨੂੰ ਥੰਮਣ ਦਾ ਜਿਹੜਾ ਪੁੱਤ ਆ ਜਾਂਦਾ ਉੱਥੇ। ਤਾਂ ਉਹਦੇ ਪੁੱਛਣ ਤੋਂ ਪਤਾ ਲੱਗਦਾ ਵੀ ਜਿਹੜਾ ਗੋਰੇ ਦਾ ਹਿਸਾਬ ਦੇ ਵਿੱਚੋਂ ਗੋਲ ਆਂਡਾ ਆਇਆ, ਜਿਹਦੇ ਕਰਕੇ ਉਹਨੂੰ ਕਾਫੀ ਮਾਰ ਪਈ ਹੈ। ਪਰ ਜਿਹੜਾ ਗੋਰਾ ਮੰਨਦਾ ਨਹੀਂ, ਅਤੇ ਉਹ ਕਹਿੰਦਾ ਵੀ ਨਹੀਂ, ਮੇਰੇ ਨੰਬਰ ਹੈ ਜਿਹੜੇ ਇੰਨੇ ਘੱਟ ਨਹੀਂ ਆਏ। ਗੋਰਾ ਹੋਰਾਂ ਪੜ੍ਹਾਈ ਦੇ ਵਿੱਚ ਤਾਂ ਉਹ ਕਹਿੰਦੇ ਵੀ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਵੀ ਇੰਨੀ ਪੜ੍ਹਾਈ ਦੇ ਵਿੱਚ ਉਹ ਹੁਸ਼ਿਆਰ ਨਹੀਂ ਹੈਗਾ, ਕਿਉਂਕਿ ਕਾਫੀ ਹੱਦ ਤੱਕ ਘਰ ਦਾ ਮਾਹੌਲ ਹੈ ਜਿਹੜਾ ਉਹ ਕਲੇਸ਼ ਵਾਲਾ ਹੈ, ਜਿਹਦੇ ਕਰਕੇ ਇਹ ਚੀਜ਼ਾਂ ਹੁੰਦੀਆਂ। ਅਤੇ ਗੋਰਾ ਹੋਰਾਂ ਦੇ ਪੜ੍ਹਾਈ ਵਿੱਚ ਫਾੜੀ ਰਹਿਣ ਵਾਲੇ ਉਹਨਾਂ ਮਲਾਗਰ ਦੇ ਪਾੜੇ ਮੁੰਡੇ ਕੋਲ ਭੇਜਣ ਲਈ ਯਤਨ ਸ਼ੁਰੂ ਕਰ ਦਿੰਦਾ। ਇੱਕ ਦਿਨ ਮਹਿੰਦਰੋ ਉਸ ਨੂੰ ਪੜ੍ਹਦਿਆਂ ਦੇਖ ਕੇ ਮਲਾਗਰ ਦੇ ਘਰ ਗਈ, ਤਾਂ ਉਸਨੇ ਦੇਖਿਆ ਕਿ ਉਹ ਉੱਥੇ ਨਹੀਂ ਆ। ਤਾਂ ਕਈ ਵਾਰ ਗੋਰਾ ਬਹਾਨੇ ਲਾ ਕੇ ਟਲ ਜਾਂਦਾ, ਗੁੱਲੀ ਡੰਡਾ ਖੇਡਦਾ ਮੁੰਡਿਆਂ ਨਾਲ। ਤਾਂ ਫਿਰ ਮਹਿੰਦਰੋ ਜਿਹੜੀ ਲੜਦੀ ਆ, ਕਿਉਂਕਿ ਉਹਨੂੰ ਇਹ ਲੱਗਦਾ ਵੀ ਇਹਦੀ 0 ਆਈ ਹੈ, ਤਾਂ ਹੁਣ ਉੱਥੇ ਜਾ ਕੇ ਪੜ੍ਹੂਗਾ। ਤਾਂ ਉਹ ਉੱਥੋਂ ਖੇਡਣ ਵਾਸਤੇ ਚਲਾ ਜਾਂਦਾ। ਅਤੇ ਘੰਟੇ ਕੁ ਮਗਰੋਂ ਜਦੋਂ ਗਿੰਦਰ ਦੇ ਛਿੱਤਰਾਂ ਤੋਂ ਡਰਦਾ ਜਦੋਂ ਘਰੇ ਆ ਜਾਂਦਾ, ਤਾਂ ਮਹਿੰਦਰੋ ਨੇ ਪੁੱਛਿਆ ਕਿ ਉਹ ਪੜ੍ਹਨ ਗਿਆ ਸੀ, ਅਤੇ ਉਸਨੇ ਉੱਤਰ ਦਿੱਤਾ ਕਿ ਜਿਹੜਾ ਚਾਚਾ ਹੈ ਉਹ ਘਰ ਨਹੀਂ ਸੀਗਾ, ਜਿਹਦੇ ਕੋਲ ਉਹ ਪੜ੍ਹਨ ਗਿਆ ਸੀ। ਇੰਨੇ ਨੂੰ ਗਿੰਦਰ ਘਰੇ ਆ ਜਾਂਦਾ। ਪੱਠੇ ਕੁਤਰਨ ਸਮੇਂ ਗੋਰੇ ਨੂੰ ਜਦੋਂ ਪਤਾ ਲੱਗਦਾ ਕਿ ਚਾਚੇ ਕੋਲ ਪੜ੍ਹਨ ਨਹੀਂ ਗਿਆ, ਤਾਂ ਉਸਨੇ ਕਿਹਾ ਕਿ ਜੇਕਰ ਉਹ ਕੱਲ੍ਹ ਵੀ ਨਾ ਗਿਆ ਤਾਂ ਉਹਦੀ ਛਿੱਲ ਲਾ ਕੇ ਰੱਖ ਦੇਗਾ, ਮਤਲਬ ਕੁੱਟੂਗਾ ਬਹੁਤ ਉਹਨੂੰ। ਅਗਲੇ ਦਿਨ ਜਿਹੜਾ ਗੋਰਾ ਹੁੰਦਾ ਉਹ ਸਕੂਲੋਂ ਲੇਟ ਜਿਹੜਾ ਪਹੁੰਚਦਾ ਹੈਗਾ, ਅਤੇ ਜਿਹੜੇ ਮਾਸਟਰ ਨੇ ਵੀ ਉਹਦੇ ਚਪੇੜਾਂ ਮਾਰੀਆਂ, ਅਤੇ ਸਰੀਰ 'ਤੇ ਕੱਪੜਿਆਂ ਦੀ ਸਫਾਈ ਬਾਰੇ ਜਿਹਨਾਂ ਨੂੰ ਡਾਂਟਿਆ, ਕਿਉਂਕਿ ਸਾਫ਼ ਘੱਟ ਹੁੰਦਾ ਉਹ। ਤਾਂ ਇਸ ਦੇ ਪਿੱਛੋਂ ਜਿਹੜੇ ਮੁੰਡੇ ਆ ਮਾਸਟਰ ਦੇ ਕਹਿਣ ਉੱਤੇ ਗਰਾਊਂਡ ਵਿੱਚ ਪੱਤੇ ਡੱਕੇ ਚੁਗ ਰਹੇ ਹੁੰਦੇ ਆ। ਸਾਰਜੈਂਟ ਸਾਧੂ ਦਾ ਮੀਤਾ, ਚੋਚਲ ਥੰਮਣ ਦਾ ਪੋਤਾ ਅਤੇ ਮਿੰਟੂ ਕਹਿ ਰਹੇ ਹੁੰਦੇ ਆ ਵੀ ਅੱਜ ਗੋਰੇ ਨੂੰ ਕਲਾਸ ਵਿੱਚ ਸਵਾਲ ਨਾ ਕੱਢੇ ਹੋਣ ਕਰਕੇ ਕੁੱਟ ਪਵੇਗੀ, ਅਤੇ ਤਮਾਸ਼ਾ ਵੇਖਣਗੇ, ਜਿਵੇਂ ਆਮ ਹੀ ਹੁੰਦਾ ਬੱਚਿਆਂ ਨੂੰ ਵੀ ਜੇ ਇੱਕ ਦੇ ਕੁੱਟ ਪਊਗੀ ਤਾਂ ਦੂਜੇ ਦੇਖਣਗੇ। ਤਾਂ ਇਸ ਤਰ੍ਹਾਂ ਉਹ ਕਹਿੰਦੇ ਜਿਹੜਾ ਗੋਰਾ ਮਿੰਟੂ ਨਾਲ ਲੜਨ ਲੱਗ ਜਾਂਦਾ, ਅਤੇ ਉਹਦੀ ਜੇਬ ਪਾੜ ਦਿੰਦਾ। ਅਤੇ ਕਲਾਸ ਵਿੱਚ ਘੋਨੇ ਮਾਸਟਰ ਨੂੰ ਪਤਾ ਲੱਗਦਾ ਜਦੋਂ, ਤਾਂ ਉਹ ਢੀਠ ਨੂੰ ਕੁੱਟਣ ਦੀ ਥਾਂ 'ਤੇ ਬਾਪੂ ਨੂੰ ਬੁਲਾ ਲੈਂਦਾ। ਹੁਣ ਜਦੋਂ ਸਕੂਲੋਂ ਨਿਕਲ ਕੇ ਗੋਰਾ ਰਸਤੇ ਵਿੱਚ ਮੁੰਡਿਆਂ ਨਾਲ ਫਿਰ ਗੁੱਲੀ ਡੰਡਾ ਜਾਂ ਦਾਈਆਂ ਦੁੱਕੜੇ ਖੇਡਦਾ। ਇਹਦੇ ਵਿੱਚ ਖੇਡਾਂ ਦਾ ਵੀ ਜ਼ਿਕਰ ਹੋਇਆ। ਤਾਂ ਖੇਡਦਿਆਂ ਉਸਦੀਆਂ ਤਵੀਤੜੀਆਂ ਵਾਲੇ ਮੁੰਡੇ ਸਮੇਤ ਅਤੇ ਹੋਰ ਮੁੰਡਿਆਂ ਨਾਲ ਇੱਕ ਥਾਂ ਲੁਕਿਆ ਸੀ, ਜਿਸ ਨਾਲ ਉਸਨੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਦੋਸਤ ਵੀ ਉਹਨੂੰ ਰਾਹ 'ਚ ਮਿਲ ਜਾਂਦੇ ਆ। ਘਰ ਪਰਤਣ 'ਤੇ ਜਿਹੜਾ ਗੋਰਾ ਹੈ ਉਹਦਾ ਸਿਰ ਆ ਜਿਹੜਾ
ਦੁਖਦਾ ਅਤੇ ਉਹ ਮੰਜੇ 'ਤੇ ਪੈ ਜਾਂਦਾ ਹੈ। ਇੰਨੇ ਨੂੰ ਗਿੰਦਰ ਜਿਹੜਾ ਖੇਤੋਂ ਆ ਜਾਂਦਾ ਹੈ ਅਤੇ ਉਸ ਤੋਂ ਸਵੇਰੇ ਬਾਰੇ ਪੁੱਛਣ 'ਤੇ ਉਹਦਾ ਜਿਹੜਾ ਮੱਥਾ ਤਪਿਆ ਅਤੇ ਨਬਜ਼ ਦੇਖਦਾ ਵੀ ਗੋਰੇ ਨੂੰ ਤਾਂ ਬਹੁਤ ਬੁਖਾਰ ਚੜ੍ਹਿਆ ਹੋਇਆ ਹੈਗਾ। ਅਤੇ ਅਗਲੇ ਦਿਨ ਗੋਰੇ ਦਾ ਸਕੂਲ ਜਾਣ ਨੂੰ ਚਿੱਤ ਨਹੀਂ ਕਰਦਾ, ਪਰ ਮਹਿੰਦਰ ਉਸ ਨੂੰ ਝਿੜਕਾਂ ਦਿੰਦੀ ਹੈ ਅਤੇ ਉਹ ਤੁਰ ਪੈਂਦਾ। ਕੁਝ ਚਿਰ ਮਗਰੋਂ ਮੁੜ ਕੇ ਆਉਂਦਾ, ਕਹਿਣ ਲੱਗਦਾ ਵੀ ਉਸ ਕੋਲ ਕੋਈ ਬੁਕਤਾ ਨਹੀਂ, ਕਿਉਂਕਿ ਉਸ ਦਾ ਬੁਕਤਾ ਕੱਦੂ ਨੇ ਗਵਾ ਦਿੱਤਾ। ਸਕੂਲ ਦੇ ਮਹਿੰਦਰੋ ਦੇ ਕਹਿਣ 'ਤੇ ਉਹ ਬੁਕਤਾ ਲੈਣ ਲਈ ਝੱਗੇ ਵਿੱਚ ਦਾਣੇ ਪਾ ਕੇ ਦੁਕਾਨ ਦੀਆਂ ਨਿੱਕੀਆਂ ਪਕੌੜੀਆਂ ਲੈ ਕੇ ਦਿਆਲੂ ਬੁੜੇ ਦੇ ਬਰਾਂਡੇ ਵਿੱਚ ਲੁੱਕ ਕੇ ਖਾਂਦਾ। ਦਿਆਲੂ ਘਰ ਨਹੀਂ ਸੀ ਅਤੇ ਆਥਣੇ ਉਹ ਕੱਦੂ ਹੋਰਾਂ ਤੋਂ ਪਹਿਲਾਂ ਹੀ ਘਰ ਪਹੁੰਚ ਜਾਂਦਾ ਹੈ। ਜਦੋਂ ਕੱਦੂ ਘਰ ਆਇਆ ਤਾਂ ਉਸਨੇ ਧਿਆਨ ਲਾਉਣ ਦੀ ਥਾਂ 'ਤੇ ਦਿਲਚਸਪੀ ਨਹੀਂ ਦਿੱਤੀ, ਅਤੇ ਉਸ ਕੋਲ ਸੋਹਣੀ ਚੀਜ਼ ਹੋਣ ਕਰਕੇ ਉਹਦੇ ਵਿੱਚ ਇੱਕ ਦਿਲਚਸਪੀ ਜਿਹੀ ਪੈ ਜਾਂਦੀ ਹੈ, ਜੋ ਇੱਕ ਚਿੱਟੇ ਜਿਹੇ ਦੁੱਧ ਪੱਥਰ ਦੀ ਹੁੰਦੀ ਹੈ ਅਤੇ ਉਹ ਰਾਹ ਵਿੱਚ ਲੱਭੀ ਹੁੰਦੀ ਹੈ ਉਹਨੂੰ। ਦੂਜੇ ਦਿਨ ਗੋਰਾ ਫੇਰ ਘੇਸਲ ਮਾਰ ਕੇ ਲੰਬਾ ਦਿਨ ਜਿਹੜਾ ਪਿਆ ਰਹਿੰਦਾ, ਹੱਡ ਪੈਰ ਦੁਖਦੇ ਆ। ਗਿੰਦਰ ਨੇ ਉਸਦੀ ਨਬਜ਼ ਦੇਖ ਕੇ ਕਿਹਾ ਕਿ ਉਸ ਨੂੰ ਤਾਪ ਨਹੀਂ, ਜਿਸ ਕਰਕੇ ਉਹ ਹੁਣ ਸਕੂਲ ਵੀ ਉਹਨੂੰ ਬੁਖਾਰ ਨਹੀਂ ਹੈਗਾ, ਹੁਣ ਉਹ ਸਕੂਲ ਜਾ ਸਕਦਾ ਹੈ। ਉਹ ਇੰਨਾ ਸੁਣ ਕੇ ਜਿਹੜੀ ਮਹਿੰਦਰੋ ਉਸ ਨੂੰ ਵਿਚਕਾਰ ਆ ਕੇ ਖੜ੍ਹ ਜਾਂਦੀ ਹੈ। ਅਤੇ ਉਸ ਤੋਂ ਬਾਅਦ ਉਹ ਦੁਪਹਿਰ ਨੂੰ ਫਿਰ ਉਹੀ ਹੁੰਦਾ ਵੀ ਜਿਹੜਾ ਮੁੰਡਾ ਹੈ ਗੋਰੇ ਨੂੰ ਸਕੂਲ ਜਾਣ ਲਈ ਆਖੇ, ਅਤੇ ਮਾਸਟਰ ਨੇ ਕਿਹਾ ਕਿ ਉਹ ਘੜੀਸ ਕੇ ਲੈ ਕੇ ਆਉਣਗੇ, ਪਰ ਮਹਿੰਦਰੋ ਨੇ ਉਹਨਾਂ ਨੂੰ ਬੁਰਾ ਭਲਾ ਕਹਿ ਕੇ ਮੋੜ ਦਿੱਤਾ, ਤਾਂ ਉਹ ਮੋੜ ਦਿੰਦੀ ਹੈ। ਉਸ ਤੋਂ ਬਾਅਦ ਕੀ ਹੁੰਦਾ, ਆਥਣ ਤੱਕ ਗੋਰਾ ਚੰਗਾ ਭਲਾ ਹੋ ਜਾਂਦਾ ਅਤੇ ਕੱਦੂ ਨਾਲ ਖੇਡਣ ਲੱਗਦਾ। ਪਰ ਅਗਲੇ ਦਿਨ ਫਿਰ ਉਹ ਮਧੋਲਿਆ ਪਿਆ ਹੁੰਦਾ, ਉਹਦਾ ਸਰੀਰ ਜਿਹੜਾ ਭਖਤਾ ਦੇਖ ਕੇ ਗਿੰਦਰ ਪਿੰਡ ਵਿੱਚ ਜਿਹੜਾ ਨਵਾਂ ਡਾਕਟਰ ਆਇਆ ਹੁੰਦਾ ਉਹਦੇ ਕੋਲ ਜਾਂਦਾ। ਇਸ ਪਿੱਛੋਂ ਗੋਰਾ ਕਈ ਦਿਨ ਮੰਜੇ ਉੱਤੇ ਪਿਆ ਰਹਿੰਦਾ। ਨਿੱਤ ਸਕੂਲੋਂ ਸੁਨੇਹਾ ਆਉਂਦਾ, ਕੋਈ 15 ਕੁ ਦਿਨ ਮਗਰੋਂ ਗੋਰਾ ਮੁੜ ਸਕੂਲ ਜਾਣ ਲੱਗਦਾ। ਉਹ ਤੀਜੀ ਵਿੱਚੋਂ ਫੇਲ ਹੋ ਜਾਂਦਾ, ਹੁਣ ਮਤਲਬ ਇੰਨੇ ਦਿਨ ਸਕੂਲ ਨਹੀਂ ਗਿਆ ਤਾਂ ਉਹ ਫੇਲ ਹੋ ਜਾਂਦਾ। ਇਸ ਪਿੱਛੋਂ ਇੱਕ ਦਿਨ ਗਿੰਦਰ ਨੇ ਗੋਰੇ ਨੂੰ ਆਪਣੇ ਨਾਲ ਤੂੜੀ ਵਾਲੇ ਅੰਦਰ ਸ਼ਰਾਬ ਕੱਢਣ ਲਾ ਲਿਆ। ਗਿੰਦਰ ਜਿਹੜਾ ਉਹਦਾ ਫਾਦਰ ਹੈ। ਆਥਣੇ ਗਿੰਦਰ ਖੇਤ ਨੂੰ ਚਲਾ ਗਿਆ ਅਤੇ ਗੋਰੇ ਨੂੰ ਦੱਸਿਆ ਕਿ ਸ਼ਰਾਬ ਇਸ ਤਰ੍ਹਾਂ ਵੇਚਣੀ ਹੈ। ਗੋਰੇ ਨੇ ਉਵੇਂ ਕੀਤਾ। ਕਦੇ ਕਦੇ ਗਿੰਦਰ ਖੁਸ਼ੀ ਵਿੱਚ ਮੱਲੋ ਜੋਰੀ ਗੋਰੇ ਨੂੰ ਗਲਾਸ ਪੀਣ ਲਈ ਦੇ ਦਿੰਦਾ। ਮਤਲਬ ਜੋ ਘਰ ਦਾ ਮਾਹੌਲ ਹੈ, ਸ਼ਰਾਬ ਕੱਢਦੇ ਹੈ ਤਾਂ ਕਿਤੇ ਨਾ ਕਿਤੇ ਉਹ ਬੱਚਿਆਂ ਦੇ ਉੱਪਰ ਵੀ ਉਹ ਚੀਜ਼ ਅਸਰ ਕਰਦੀ ਹੈ। ਇੱਕ ਦਿਨ ਗਿੰਦਰ ਛੋਟੇ ਭਰਾ ਗੁਰਮੇਲ ਅਤੇ ਉਸ ਦੀ ਗੁਆਂਢੀ ਟੇਲੇ ਦੀ ਸਾਜ਼ਿਸ਼ ਨਾਲ ਉਹਦੀ ਇੱਥੇ ਮੈਂ ਦੁਬਾਰਾ ਪੜ੍ਹਦੀ ਹਾਂ ਤੁਹਾਨੂੰ। ਇਹਨਾਂ ਦਿਨਾਂ ਦੇ ਵਿੱਚ ਜਿਹੜਾ ਗਿੰਦਰ ਹੈ ਉਹਦਾ ਇੱਕ ਛੋਟਾ ਭਰਾ ਹੈ ਗੁਰਮੇਲ, ਉਹਦੀ ਗੁਆਂਢੀ ਟੈਲੇ ਦੀ ਸਾਜ਼ਿਸ਼ ਨਾਲ ਅਚਾਨਕ ਮੌਤ ਹੋ ਗਈ, ਕਿਉਂਕਿ ਉਸਦੀ ਤੀਵੀਂ ਨਾਲ ਨਾਜਾਇਜ਼ ਸੰਬੰਧ ਸਨ। ਇਹ ਘਟਨਾ ਪਿੱਛੋਂ ਰਿਸ਼ਤੇਦਾਰਾਂ ਦੇ ਜ਼ੋਰ ਪਾਉਣ 'ਤੇ ਗਿੰਦਰ ਨੂੰ ਆਪਣੇ ਦੂਜੇ ਭਰਾਵਾਂ ਨਾਲ ਮੁੜਨਾ ਪੈ ਗਿਆ, ਜਿਸ ਤੋਂ ਪਹਿਲਾਂ ਉਹ ਕਦੇ ਵੱਖ ਨਹੀਂ ਹੋਇਆ ਸੀ। ਇਸ ਦਾ ਕਾਰਨ ਇਹ ਸੀ ਕਿ ਦੂਜੇ ਭਰਾਵਾਂ ਦਾ ਛੜੇ ਹੋਣਾ ਸੀ। ਉਸ ਦਾ ਵੱਡਾ ਭਰਾ ਉਸਦੀ ਪਤਨੀ 'ਤੇ ਮੈਲੀ ਅੱਖ ਰੱਖਦਾ ਸੀ ਅਤੇ ਉਹਨਾਂ ਨੂੰ ਇਕੱਠੇ ਹੋਇਆਂ ਸਾਲ ਵੀ ਨਹੀਂ ਸੀ ਹੋਇਆ ਕਿ ਘਰ ਵਿੱਚ ਕਲੇਸ਼ ਰਹਿਣ ਲੱਗਾ ਅਤੇ ਮਹਿੰਦਰੋ ਖਿਝੀ ਰਹਿੰਦੀ ਸੀ ਅਤੇ ਗੋਰਾ ਪਹਿਲਾਂ ਨਾਲੋਂ ਵੱਧ ਪਿੱਟ ਸਿਆਪਾ ਪਾਉਂਦਾ। ਇੱਕ ਦਿਨ ਉਹ ਖੇਤ ਰੋਟੀ ਲੈ ਕੇ ਗਿਆ ਤਾਂ ਘੋਟਨੀ ਚਾਚੇ ਨੇ ਉਸ ਨੂੰ ਕਿਹਾ ਕਿ ਚਾਹ ਦੇ ਕੇ ਆਪਣੀ ਬੀਬੀ ਨੂੰ ਭੇਜੇ, ਪਰ ਗੋਰੇ ਨੂੰ ਇਸ ਦੀ ਇਹ ਗੱਲ ਬਹੁਤ ਬੁਰੀ ਲੱਗੀ। ਇਸੇ ਤਰ੍ਹਾਂ ਉਹ ਨਗੂਣੀ ਜਿਹੀ ਗੱਲ ਅਤੇ ਦੂਜੇ ਚਾਚੇ ਜੈਲੀ ਦੇ ਡਾਂਟਿਆਂ ਫਿਰ ਉਸਨੇ ਘਰ ਥੱਬੀ ਪੱਠੇ ਲਿਜਾਣ ਲਈ ਕਿਹਾ। ਜਦੋਂ ਗੋਰੇ ਨੂੰ ਇਹ ਗੱਲ ਮੰਨਣ ਤੋਂ ਇਨਕਾਰ ਕੀਤਾ ਤਾਂ ਉਹ ਦਾਤੀ ਉਘਾੜ ਕੇ ਉਸ ਵੱਲ ਆਇਆ ਅਤੇ ਨਾਲ ਹੀ ਘੋਟੀ ਵੀ ਉਸ ਦੇ ਉੱਤੇ ਵਰ ਗਿਆ। ਗੋਰਾ ਗੁੱਸੇ ਵਿੱਚ ਚੁੱਪ ਕਰਕੇ ਘਰ ਆ ਗਿਆ। ਘਰ ਆ ਕੇ ਉਸਨੇ ਦਾਦੀ ਨੂੰ ਕਿਹਾ, ਘੋਟਨੀ ਚਾਚਾ ਕਹਿੰਦਾ ਸੀ ਕਿ ਉਹ ਚਾਹ ਲੈ ਕੇ ਖੇਤ ਆਵੇ। ਜਦੋਂ ਉਹ ਚਾਹ ਲੈ ਕੇ ਖੇਤ ਪਹੁੰਚੀ ਤਾਂ ਘੋਟਨੀ ਗੁੱਸੇ ਨਾਲ ਭਰ ਗਿਆ। ਉਹ ਬੇਬੇ ਕੋਲ ਗਿੰਦਰ, ਗੋਰੇ ਅਤੇ ਮਹਿੰਦਰੋ ਦੇ ਖਿਲਾਫ ਬੋਲਣ ਲੱਗਾ ਅਤੇ ਜੈਲੀ ਵੀ ਉਸ ਦੇ ਨਾਲ ਹੀ ਰਲ ਗਿਆ। ਜਦੋਂ ਬੇਬੇ ਘਰ ਪਹੁੰਚੀ ਤਾਂ ਉਸ ਸਮੇਂ ਗੋਰੇ ਅਤੇ ਕੱਦੂ ਆਂਡੇ ਬਦਲੇ ਲੜ ਰਹੇ ਸੀ, ਆਂਡਿਆਂ ਦੇ ਬਦਲੇ ਲੜ ਰਹੇ ਸੀ। ਜਦੋਂ ਬੇਬੇ ਨੇ ਉਹਨਾਂ ਨੂੰ ਝਿੜਕਿਆ, ਕਿਹਾ ਕਿ ਆਂਡਾ ਉਸ ਨੂੰ ਦੇ ਦੇਵੇ ਕਿਉਂਕਿ ਉਸਦੇ ਚਾਚੇ ਨੇ ਖਾਣਾ ਹੈ, ਤਾਂ ਗੋਰੇ ਨੇ ਆਂਡਾ ਕੰਧ 'ਤੇ ਮਾਰ ਕੇ ਭੰਨ ਦਿੱਤਾ ਅਤੇ ਰੋਂਦਾ ਬਾਹਰ ਚਲਾ ਗਿਆ। ਦਿਨ ਛਿਪਣ ਵੇਲੇ ਘੋਟਨੀ ਨੇ ਜੈਲੀ ਘਰ ਪਹੁੰਚੇ ਅਤੇ ਪਤਾ ਲੱਗਣ 'ਤੇ ਗਿੰਦਰ ਦਿਹਾੜੀ ਕਰਨ ਗਿਆ ਤਾਂ ਘੋਟਨੀ ਬਹੁਤ ਔਖਾ ਹੋਇਆ। ਅਸਲ ਵਿੱਚ ਜਦੋਂ ਉਹ ਪਹਿਲਾਂ ਇਕੱਠੇ ਹੋਏ ਸਨ ਤਾਂ ਉਹ ਬਹੁਤ ਮਿੱਠਾ ਪਿਆਰਾ ਬਣ ਕੇ ਰਹਿੰਦਾ ਸੀ। ਜਦੋਂ ਉਸਨੇ ਦੇਖਿਆ ਕਿ ਮਹਿੰਦਰੋ ਉਸ ਨਾਲ ਨਜਾਇਜ਼ ਸੰਬੰਧ ਬਣਾ ਕੇ ਤਿਆਰ ਨਹੀਂ ਹੈ ਤਾਂ ਉਹ ਖਿਲਾਫ ਹੋ ਗਿਆ। ਅਜਿਹਾ ਯਤਨ ਜੈਲੀ ਨੇ ਵੀ ਕੀਤਾ। ਮਹਿੰਦਰੋ ਜਿਹੀਆਂ ਜਨਾਨੀਆਂ ਵਰਗੀ ਨਹੀਂ ਸੀ ਜਿਹੜੀਆਂ ਜ਼ਮੀਨਾਂ ਹਥਿਆਉਣ ਲਈ ਆਪਣੇ ਪਤੀ ਅਤੇ ਬਾਕੀ ਛੜੇ ਭਰਾਵਾਂ ਨਾਲ ਨਾਜਾਇਜ਼ ਸੰਬੰਧ ਬਣਾ ਕੇ ਉਹਨਾਂ ਨੂੰ ਕਾਬੂ ਵਿੱਚ ਰੱਖਦੀਆਂ। ਸੋ ਇੱਥੇ ਥੋੜ੍ਹਾ ਇਸਤਰੀ ਮਰਦ ਦੇ ਸੰਬੰਧਾਂ ਦੀ ਵੀ ਗੱਲ ਹੋਈ ਹੈ, ਕਿਉਂਕਿ ਉਹ ਮੈਲੀ ਅੱਖ ਰੱਖਦੇ ਨੇ, ਪਰ ਜਿਹੜੀ ਮਹਿੰਦਰੋ ਆ ਉਹ ਇਹੋ ਜਿਹੀ ਕੁੜੀ ਨਹੀਂ ਹੈ, ਇਹੋ ਜਿਹੀ ਲੇਡੀ ਨਹੀਂ ਹੈਗੀ। ਆਖਿਰ ਗਿੰਦਰ ਨੇ ਇੱਕ ਦਿਨ ਘੋਟਨੀ ਦੇ ਭੌਂਕਣੇ
ਭੌਂਕਣ ਨਾ ਹਟਦੇ ਕੁੱਤੇ ਨੂੰ 2-3 ਪਰਾਲੀਆਂ ਮਾਰ ਦਿੱਤੀਆਂ, ਜਿਸ ਤੋਂ ਘੋੜਨੀ ਬਹੁਤ ਮੰਦਾ ਬੋਲਿਆ। ਗੱਲ ਇੰਨੀ ਵੱਧ ਗਈ ਕਿ ਘੋਟਨੀ ਨੇ ਉਸਨੂੰ ਆਪਣਾ ਸਮਾਨ ਚੁੱਕ ਕੇ ਘਰੇ ਜਾਣ ਲਈ ਕਿਹਾ। ਬੇਬੇ ਨੇ ਘੋਟਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਪੈ ਗਿਆ ਅਤੇ ਕਹਿਣ ਲੱਗਾ ਕਿ ਜੇਕਰ ਉਹ ਗਿੰਦਰ ਨੂੰ ਰੱਖਣਾ ਹੈ ਤਾਂ ਉਹ ਚੱਲਿਆ ਹੈ, ਅਤੇ ਘਰੋਂ ਬਾਹਰ ਨਿਕਲ ਗਿਆ। ਬੇਬੇ ਨੂੰ ਘੋਟਨੀ ਦੀ ਜਿੱਦ ਦਾ ਪਤਾ ਲੱਗਿਆ, ਇਸ ਕਰਕੇ ਉਹ ਗਿੰਦਰ ਨੂੰ ਘਰੋਂ ਜਾਣ ਲਈ ਕਿਹਾ। ਗਿੰਦਰ ਚੁੱਪ-ਚਾਪ ਆਪਣਾ ਸਮਾਨ ਗੱਡੇ ਉੱਤੇ ਲੱਦਣ ਲੱਗ ਪਿਆ। ਇਸ ਪਿੱਛੋਂ ਗੋਰੇ ਨੇ ਸਕੂਲ ਜਾਣਾ ਬਿਲਕੁਲ ਬੰਦ ਕਰ ਦਿੱਤਾ। ਇਹ ਦੇਖ ਕੇ ਗਿੰਦਰ ਨੇ ਹਾੜੀ ਦੀ ਵਾਢੀ ਵੀ ਉਸਨੂੰ ਆਪਣੇ ਨਾਲ ਲਾ ਕੇ ਹੀ ਚੰਗਾ ਰਗੜਾ ਚਾੜਿਆ। ਨਾਲ ਹੀ ਉਸਨੇ ਮੱਝਾਂ ਰੱਖ ਕੇ ਦੁੱਧ ਡੇਅਰੀ ਪਾਉਣਾ ਸ਼ੁਰੂ ਕਰ ਦਿੱਤਾ। ਗੋਰਾ ਮੱਝਾਂ ਨੂੰ ਬਾਹਰ ਖੇਤਾਂ ਵਿੱਚ ਚਰਾਉਣ ਲਈ ਲਿਜਾਣ ਲੱਗ ਪਿਆ। ਪਾਲੀਆਂ ਵਿੱਚ ਮਜ਼੍ਹਬੀਆਂ ਦੀ ਤਿਤਲੀ, ਰਵਿਦਾਸੀਆਂ ਦੇ ਚਿੰਗਟ ਉਸਦੇ ਸਾਥੀ ਸਨ। ਉਸਦੀਆਂ ਜੱਟਾਂ ਦੇ ਮੁੰਡਿਆਂ ਨਾਲ ਦਾਲ ਨਹੀਂ ਸੀ ਗਲਦੀ। ਇੱਕ ਵਾਰੀ ਉਸਦੀਆਂ ਮੱਝਾਂ ਨੇ ਸੂਬੇਦਾਰ ਦੀ ਚਰੀ ਉਜਾੜ ਦਿੱਤੀ, ਜਿਸ ਨੂੰ ਪਾਖਰ ਦੇ ਲੀਖੇ ਨੇ ਦੇਖ ਲਿਆ ਅਤੇ ਅੱਗੇ ਗੱਲ ਸੂਬੇਦਾਰ ਤੱਕ ਪਹੁੰਚ ਗਈ। ਪੰਚਾਇਤ ਵਿੱਚ ਗਿੰਦਰ ਨੇ ਚਰੀ ਦੇ ਬਦਲੇ ਛੁਟਕਾਰਾ ਪਾਇਆ ਅਤੇ ਗੋਰੀ ਹੋਰੀਂ ਆਪਣੇ ਪਸ਼ੂਆਂ ਨੂੰ ਖੜ੍ਹੀਆਂ ਕਪਾਹਾਂ 'ਤੇ ਖੇਤਾਂ ਵਿੱਚ ਰੱਖਦੇ ਅਤੇ ਕਪਾਹ ਚੋਰੀ ਕਰਕੇ ਫੌਜੀ ਦੀ ਦੁਕਾਨ ਉੱਤੇ ਵੇਚ ਕੇ ਪਕੌੜੀਆਂ ਖਾਂਦੇ। ਇੱਕ ਦਿਨ ਰਾਤ ਨੂੰ ਕਪਾਹ ਦੀ ਚੋਰੀ ਕਰਨ ਲੱਗੇ। ਇੱਕ ਵਾਰ ਮੱਝਾਂ ਚਾਰਦਿਆਂ ਗੋਰੇ ਹੋਰਾਂ ਨੇ ਸਕੂਲੋਂ ਗੁੜ, ਭੁੱਜੇ ਛੋਲੇ ਅਤੇ ਸੁੱਕਾ ਦੁੱਧ ਚੋਰੀ ਕੀਤਾ। ਪੁਲਿਸ ਬੁਲਾਈ ਗਈ ਤਾਂ ਗੋਰੇ ਦੇ ਹੱਥ ਮਤਲਬ ਇੱਥੇ ਜਿਹੜੀ ਪੁਲਿਸ ਬੁਲਾਈ ਗਈ ਤਾਂ ਗੋਰੇ ਦੇ ਹੱਥੀਂ ਤਿਤਨੀ ਅਤੇ ਲਮਤੋਤਲ ਫੜੇ ਗਏ, ਪਰ ਖੇਤਾਂ ਵਿੱਚ ਗੋਰਾ ਬਚ ਗਿਆ, ਜੋ ਕੱਦੂ ਤੋਂ ਖਬਰ ਪ੍ਰਾਪਤ ਕਰਕੇ ਨਾਨਕਿਆਂ ਨੂੰ ਦੌੜ ਗਿਆ। ਮਤਲਬ ਉਹਨੂੰ ਚੋਰੀ ਦੀ ਆਦਤ ਪੈ ਗਈ ਆ ਹੁਣ ਗੋਰੇ ਨੂੰ ਕਾਫੀ। ਇਸ ਪਿੱਛੋਂ ਗੋਰੇ ਨੂੰ ਉਸਦੀਆਂ ਬੱਤੀਆਂ ਪੀਣੇ ਮਾਮੇ ਨੇ ਲੁਧਿਆਣੇ ਵਿੱਚ ਬਿਸਕੁਟਾਂ ਦੀ ਫੈਕਟਰੀ 'ਤੇ ਨੌਕਰੀ ਲਵਾ ਦਿੱਤਾ। ਫਿਰ ਉਸਨੂੰ ਫੈਕਟਰੀ ਮਾਲਕ ਵੱਲੋਂ ਆਪਣੇ ਘਰ ਦੇ ਪਸ਼ੂਆਂ ਦਾ ਗੋਹਾ ਚੁੱਕਣ ਦਾ ਕੰਮ ਕਰਨ ਲਈ ਕਿਹਾ ਗਿਆ। ਗੋਰੇ ਨੇ ਗੋਹਾ ਚੁੱਕਣ ਤੋਂ ਇਨਕਾਰ ਕਰ ਦਿੱਤਾ, ਪਰ ਸਰਦਾਰ ਨੇ ਕਹਿ ਕੇ ਉਸ ਨੂੰ 1 ਮਹੀਨੇ ਦੀ ਤਨਖਾਹ ਉਸਦਾ ਮਾਮਾ ਪੇਸ਼ਗੀ ਲੈ ਗਿਆ ਅਤੇ ਨਾਲ ਹੀ ਪੁਲਿਸ ਕੋਲ ਜਾਣ ਦਾ ਡਰ ਕੇ ਗੋਰੇ ਨੂੰ ਗੋਹਾ ਚੁੱਕਣ ਦੇ ਕੰਮ ਲਾ ਦਿੱਤਾ। ਇੱਥੋਂ ਉਸਨੂੰ ਖਾਣਾ ਵੀ ਮਾੜਾ ਅਤੇ ਘੱਟ ਹੀ ਮਿਲਦਾ ਸੀ। 4-5 ਦਿਨ ਮਗਰੋਂ ਗੋਰੇ ਦੀ ਜਦੋਂ ਵੱਡੇ ਤੜਕੇ ਜਾਗ ਖੁੱਲ੍ਹੀ ਤਾਂ ਉਹਦੇ ਕਮਰੇ 'ਚ ਆਪਣੇ ਨਾਲ ਦੇ ਸਾਥੀ ਭੀਤਰ ਨੂੰ ਢਿੱਡ ਦੁਖਦਾ ਦੱਸ ਕੇ ਜੰਗਲ ਪਾਣੀ ਜਾਣ ਦੇ ਬਹਾਨੇ ਉਹ ਨਿਕਲ ਕੇ ਪੁੱਛਦਾ ਬੱਸ ਅੱਡੇ ਉੱਤੇ ਪਹੁੰਚਾ ਅਤੇ ਉੱਥੇ ਪਹੁੰਚ ਕੇ ਜਗਰਾਵੀ ਹੁੰਦਾ ਹੋਇਆ ਆਪਣੇ ਪਿੰਡ ਰਾਮੇ ਪਹੁੰਚ ਗਿਆ। ਹੁਣ ਪੌਣਾ ਵਰ੍ਹਾ ਬੀਤ ਗਿਆ। ਗੋਰੇ ਨੇ ਬਹੁਤ ਸਾਰੀਆਂ ਮੁਰਗੀਆਂ ਅਤੇ ਮੁਰਗੇ ਰੱਖ ਲਏ। ਗੋਰਾ ਹਰ ਰੋਜ਼ ਸਵੇਰੇ ਕਿਸੇ ਨਾ ਕਿਸੇ ਗੱਲ ਤੋਂ ਕੱਪੜਿਆਂ ਤੋਂ ਬਾਹਰ ਹੋ ਜਾਂਦਾ। ਉਹ ਮੁੰਡਿਆਂ ਨਾਲ ਰਲ ਕੇ ਜਰਦਾ ਖਾਣ ਅਤੇ ਸਿਗਰਟਾਂ ਪੀਣ ਲੱਗ ਜਾਂਦਾ। ਇੱਕ ਦਿਨ ਉਹਨਾਂ ਦੇ ਘਰ ਤੇਲੂ ਆਇਆ। ਗੱਲਾਂ ਬਾਤਾਂ ਵਿੱਚ ਗੋਰੇ ਸੰਬੰਧੀ ਸਭ ਕੁਝ ਦੱਸੇ ਜਾਣ 'ਤੇ ਤੇਲੂ ਨੇ ਕਿਹਾ ਕਿ ਉਸ ਨੂੰ ਨਾ ਭੇਜ ਦਿਓ, ਉਹ 6 ਮਹੀਨਿਆਂ ਵਿੱਚ ਡਰਾਈਵਰ ਬਣਾ ਦੇਗਾ। ਮਤਲਬ ਇੱਥੇ ਤੇਲੂ ਕੋਈ ਆਉਂਦਾ, ਉਹ ਕਹਿੰਦਾ ਵੀ ਗੋਰੇ ਨੂੰ ਮੇਰੇ ਨਾਲ ਭੇਜ ਦਿਓ ਅਤੇ ਉਹਨੂੰ ਉਹ ਡਰਾਈਵਰ ਬਣਾ ਦੂਗਾ। ਇਸ ਪਿੱਛੋਂ ਗੋਰਾ ਤੇਲੂ ਨਾਲ ਕੰਮ ਕਰਨ ਲੱਗਾ। ਤੇਲੂ ਨੇ ਉਸਦਾ ਸੈਕਿੰਡ ਡਰਾਈਵਰ ਗੱਤਾ ਸੀ। ਉਹ ਸ਼ਰਾਬ ਪੀਂਦੇ, ਕਦੇ ਨਸ਼ਿਆਂ ਦੀ ਵਰਤੋਂ ਕਰਦੇ, ਗਾਲੀ ਗਲੋਚ ਕਰਦੇ। ਮਤਲਬ ਹੁਣ ਜਦੋਂ ਉੱਥੇ ਜਾਂਦਾ ਤਾਂ ਟੋਟਲੀ ਜਿਹੜਾ ਮਤਲਬ ਕਿ ਗੋਰਾ ਉਹ ਵਿਗੜ ਚੁੱਕਿਆ, ਨਸ਼ੇ ਕਰਨ ਲੱਗਿਆ। ਤਾਂ ਜਦੋਂ ਗੱਡੀ ਕਿਤੇ ਜਾਂਦੀ ਹੈ, ਜਿਵੇਂ ਕਲਕੱਤਾ ਪਹੁੰਚ ਕੇ 2 ਦਿਨ ਰੁਕਣਾ ਸੀ ਅਤੇ ਗੋਰਾ ਉੱਥੇ ਥਕੇਵਾਂ ਲਾਉਣਾ ਚਾਹੁੰਦਾ ਸੀ, ਪਰ ਤੇਲੂ ਨੇ ਉਸਨੂੰ ਆਪਣੇ ਨਾਲ ਕਾਲੇ ਹੋਏ ਕੱਪੜੇ ਧੋਣ ਲਾ ਦਿੱਤਾ। ਫਿਰ ਗੰਤੇ ਨੇ ਵੀ ਆਪਣੇ ਕੱਪੜੇ ਉਸਨੂੰ ਅੱਗੇ ਰੱਖ ਦਿੱਤੇ। ਗੋਰਾ ਪਹਿਲਾਂ ਹੀ ਖਿਝਿਆ ਬੈਠਾ ਸੀ। ਉਸਨੇ ਗੰਤੇ ਨੂੰ ਆਪਣੇ ਕੱਪੜੇ ਧੋਣ ਲਈ ਕਿਹਾ। ਗੰਤੇ ਨੇ ਤੇਲੂ ਨੂੰ ਦੱਸਿਆ ਤਾਂ ਤੇਲੂ ਨੇ ਉਸਨੂੰ ਝਿੜਕਿਆ ਅਤੇ ਗਾਲਾਂ ਕੱਢੀਆਂ। ਉਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਸ ਵਿੱਚ ਜਿਹੜੀ ਲੜਾਈ ਹੋ ਜਾਂਦੀ ਹੈ, ਗਾਲੀ ਗਲੋਚ ਹੁੰਦੀ ਹੈ। ਤਾਂ ਇਹ ਚੀਜ਼ਾਂ ਕਾਫੀ ਜਿਹੜੀਆਂ ਦੇਖਣ ਨੂੰ ਮਿਲਦੀਆਂ, ਕਿਉਂਕਿ ਇੱਕ ਬੱਚਾ ਉਹਦਾ ਪਰਿਵਾਰ ਦਾ ਮਾਹੌਲ ਹੀ ਇਸ ਤਰੀਕੇ ਨਾਲ ਹੁੰਦਾ ਅਤੇ ਉਹ ਕਿਵੇਂ ਦਾ ਕਿਵੇਂ ਬਣ ਗਿਆ ਹੁੰਦਾ। ਸੋ ਇਹ ਕਾਫੀ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਹੈਗੀਆਂ। ਅਤੇ ਇਸ ਤੋਂ ਬਾਅਦ ਉਹ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਅਤੇ ਜਿਵੇਂ ਸੂਏ ਦੇ ਵਿੱਚ ਜਾਂਦੇ, ਸੂਏ ਉੱਤੇ ਪਹੁੰਚ ਕੇ ਤੇਲੂ ਨੇ ਗੋਰੇ ਉੱਤੇ ਹੁਕਮ ਚਾੜਿਆ। ਤਾਂ ਇੱਕ ਹੁੰਦਾ ਵੀ ਜਦੋਂ ਤੁਸੀਂ ਕਿਸੇ ਦੇ ਅੰਡਰ ਕੰਮ ਕਰਦੇ ਹੋ ਤਾਂ ਉਹਦੇ ਤੁਹਾਨੂੰ ਉਹਨਾਂ ਦਾ ਕਾਫੀ ਚੀਜ਼ਾਂ ਸਹਿਣੀਆਂ ਵੀ ਪੈਂਦੀਆਂ। ਤਾਂ ਇਹ ਚੀਜ਼ਾਂ ਨਾਲ ਜਿਹੜਾ ਗੋਰਾ ਕਾਫੀ ਖਿਝਣ ਵੀ ਲੱਗ ਗਿਆ ਸੀਗਾ। ਇੱਕ ਦਿਨ ਉਹ ਕਹਿੰਦਾ ਵੀ ਦਿੱਲੀ ਬਾਰਡਰ ਤੋਂ ਤੁਰਿਆ ਅਤੇ ਗੰਤੇ ਨੇ ਗੋਰੇ ਨੂੰ ਸ਼ਰਾਬ ਪਿਆ ਕੇ ਬੇਸੁਰਤ ਹੋ ਕੇ ਉੱਥੇ ਟੂਲ 'ਤੇ ਪਾ ਦਿੱਤਾ ਅਤੇ ਬਦਫੈਲੀ ਕੀਤੀ। ਅੱਧੀ ਰਾਤ ਨੂੰ ਗੋਰੇ ਨੂੰ ਜਾਗ ਆਈ ਤਾਂ ਉਸਨੂੰ ਗੱਲ ਦਾ ਪਤਾ ਲੱਗਿਆ। ਉਹ ਜੈਕ ਲਾਉਣ ਵਾਲਾ ਡੰਡਾ ਚੁੱਕ ਕੇ ਗੱਤੇ ਨੂੰ ਖੂਬ ਕੁੱਟਿਆ। ਗੱਤੇ ਦੀ ਚਾਗਲ ਸੁਣ ਕੇ ਤੇਲੂ 'ਤੇ ਗੱਡੀ ਰੋਕੀ ਅਤੇ ਗੱਤਾ ਧੜਾਮ ਹੇਠਾਂ ਡਿੱਗਿਆ। ਜਦੋਂ ਗੋਰਾ ਹੇਠਾਂ ਉਤਰਿਆ ਤਾਂ ਤੇਲੂ ਨੇ ਉਸਨੇ ਥੱਪੜ ਮਾਰਿਆ। ਅੱਗੋਂ ਗੋਰੇ ਨੇ
ਡੰਡਾ ਉਹਦੇ ਵੀ ਠੋਕ ਦਿੱਤਾ। ਤੇਲੂ ਨੇ ਅੱਗੇ ਰਾੜ ਖਿੱਚ ਕੇ ਮਤਲਬ ਇੱਥੇ ਉਹਨਾਂ ਦੀ ਹੁਣ ਕਾਫੀ ਲੜਾਈ ਹੋ ਚੁੱਕੀ ਹੈ, ਕਾਫੀ ਇਹਨਾਂ ਦਾ ਜਿਹੜਾ ਆਪਸ ਵਿੱਚ ਜਿਹੜੀ ਲੜਾਈ ਹੋ ਗਈ, ਕਿਉਂਕਿ ਇੱਕ ਦੂਜੇ ਦੇ ਤਸੀਹੇ ਸਹਿਣੇ ਵੀ ਬਹੁਤ ਔਖੇ ਨੇ। ਤਾਂ ਉਸ ਤੋਂ ਬਾਅਦ ਜੋਗਿੰਦਰ ਹੋਰਾਂ ਨੇ ਗੋਰੇ ਨੂੰ ਰੱਖ ਲਿਆ, ਜੋਗਿੰਦਰ ਉਹਨਾਂ ਨੇ, ਅਤੇ ਉਹਨਾਂ ਵਿੱਚ ਵੀ ਖਟਪਟੀ ਹੋ ਗਈ ਸੀ। ਫਿਰ ਗੋਰੇ ਨੇ ਕਈ ਗੱਡੀਆਂ ਬਦਲੀਆਂ, ਡਰਾਈਵਰੀ ਦੇ ਕੰਮ 'ਚ ਆ ਗਿਆ ਤਾਂ ਉਹਨੇ ਕਾਫੀ ਚੇਂਜ ਕਰਦਾ ਰਿਹਾ। ਇੱਕ ਦਿਨ ਗੋਰਾ ਸਾਈਕਲ ਉੱਤੇ ਕੰਨਾ ਰੱਖ ਕੇ ਪੰਪ 'ਤੇ ਪੈਟਰੋਲ ਲੈਣ ਗਿਆ ਤਾਂ ਉੱਥੇ ਗਰਮੀ ਵਿੱਚ ਕੈਨਾਂ ਵਾਲੇ ਦੇ ਜਿਹੜੀਆਂ ਟਰੈਕਟਰਾਂ ਵਾਲਿਆਂ ਦੀ ਬਹੁਤ ਭੀੜ ਲੱਗੀ ਸੀ। ਪੈਟਰੋਲ ਪੰਪ 'ਤੇ ਕਾਫੀ ਜ਼ਿਆਦਾ ਜਿਹੜੀ ਭੀੜ ਲੱਗੀ ਸੀ। ਤਾਂ ਸਮਾਂ ਪਾ ਕੇ ਗੋਰਾ ਅਤੇ ਤੇਲੂ ਦਾ ਬਾਪੂ ਟਰਾਲੇ ਉੱਤੇ ਝੋਨਾ ਲੱਦ ਕੇ ਮੰਡੀ ਪਹੁੰਚੇ। ਅੱਗੇ ਗਏ ਤਾਂ ਸੇਠ ਦੇ ਪਿੱਛੇ ਕਦੇ ਅੱਗੇ ਅਤੇ ਛਿੱਲ ਲਾਉਣੀ, ਜਦੋਂ ਕਿ ਉਹਨਾਂ ਨੂੰ ਚੱਜ ਨਾਲ ਵੀ ਗੱਲ ਨਹੀਂ ਸੀ ਕਰਦੇ। ਤਾਂ ਇਸ ਕਹਾਣੀ ਦੇ ਵਿੱਚ ਕਾਫੀ ਪ੍ਰੋਬਲਮਸ ਆ ਰਹੀਆਂ। ਪਹਿਲਾਂ ਜਿਵੇਂ ਹਰ ਚੀਜ਼ ਦੇ ਵਿੱਚ ਉਹਨੂੰ ਮੁਸ਼ਕਿਲ ਆਉਂਦੀ ਹੈ, ਕਿਤੇ ਉਹਨੂੰ ਪੈਟਰੋਲ ਲੈਣ ਲਈ ਕਿਸੇ ਉਹੋ ਜਿਹੇ ਮਤਲਬ ਕਿ ਖਸਤਾ ਹਾਲਤ ਸਾਈਕਲ 'ਤੇ ਜਾਣਾ ਪੈਂਦਾ ਹੈ, ਮੁਸ਼ਕਿਲਾਂ ਸਹਿਣੀਆਂ ਪੈਂਦੀਆਂ, ਉੱਥੇ ਵੀ ਲਾਈਨਾਂ ਲੱਗੀਆਂ ਹੁੰਦੀਆਂ। ਫਿਰ ਜਦੋਂ ਉਹ ਆਪਦੇ ਫਾਦਰ ਦੇ ਨਾਲ ਕਿਤੇ ਕੋਈ ਫਸਲ ਨੂੰ ਲੈ ਕੇ ਜਾਂਦਾ ਤਾਂ ਉੱਥੇ ਵੀ ਜਿਹੜੀਆਂ ਉਹਨਾਂ ਨੂੰ ਕਾਫੀ ਮਤਲਬ ਕਿ ਸਹਿਣਾ ਪੈਂਦਾ ਇੱਕ ਆਮ ਕਿਸਾਨ ਦੇ ਲਈ। ਤਾਂ ਗੋਰੇ ਨੇ ਦੇਖਿਆ ਕਿ ਮੰਡੀ ਵਿੱਚ ਟਰਾਲੀ ਲਾਉਂਦੇ ਆ, ਪੱਲੇਦਾਰ ਵੀ ਹੱਥ ਮਾਰਦੇ ਆ ਅਤੇ ਆੜ੍ਹਤੀਆਂ ਇੰਸਪੈਕਟਰਾਂ ਨਾਲ ਮਿਲ ਕੇ ਭਾਅ ਲਾਉਂਦੇ ਆ ਅਤੇ ਹੇਰਾਫੇਰੀ ਕਰਦੇ ਆ। ਜਦੋਂ ਮਤਲਬ ਕਿ ਝੋਨਾ ਵੇਚਦੇ ਆ ਤਾਂ ਉੱਥੇ ਵੀ ਉਹਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ। ਅਤੇ ਉਹ ਕਹਿੰਦੇ ਗੋਰੇ ਨੇ ਟਾਹਲੀਆਂ ਵਾਲੇ ਸਾਧੂ ਨਾਲ ਸਾਂਝ ਪਾ ਲਈ। ਸਾਧੂ ਨੇ ਟਰੈਕਟਰ ਉੱਤੇ ਉਸਨੂੰ ਜ਼ਮੀਨ ਪਾ ਦਿੱਤੀ। ਫਿਰ ਉਸ ਤੋਂ ਬਾਅਦ ਇਹ ਖੇਤੀ ਕਰਨ ਲੱਗ ਗਿਆ। ਅਤੇ ਉਸ ਤੋਂ ਬਾਅਦ ਦੂਜਾ ਸਾਧੂ ਦੇ ਘਰ ਦਾ ਖਾਣ ਪੀਣ ਬੜਾ ਕੰਜੂਸੀ ਭਰਿਆ ਸੀ, ਜਿੱਥੇ ਉਹ ਕੰਮ ਕਰਦਾ ਸੀ। ਇੱਕ ਦਿਨ ਗੋਰਾ ਸਿਆਲ ਆਉਂਦਾ ਦੇਖ ਕੇ ਆਪਣੀਆਂ ਪਸ਼ੂਆਂ ਲਈ ਢਾਰਾ ਬਣਾਉਣ ਲਈ ਸਰਵਾੜ ਆਦਿ ਲੈਣ ਚਲਾ ਗਿਆ। ਉਸਨੂੰ ਆਉਂਦੇ ਸਾਧੂ ਨੇ ਘਰ ਆ ਕੇ ਔਖਾ ਹੋਇਆ ਤਾਂ ਉਹਨੂੰ ਕਹਿਣ ਲੱਗਿਆ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਫਿਰ ਇਹਦੀ ਉੱਥੇ ਜਾ ਕੇ ਉਹਨਾਂ ਨਾਲ ਲੜਾਈ ਹੋ ਗਈ ਹੈ, ਕਿਉਂਕਿ ਉਹ ਇੱਕ ਸੀਰੀ ਉਸਨੇ ਕਿਹਾ ਕਿ ਉਸਦਾ ਸੀਰੀ ਨਹੀਂ ਹੈ ਜਿਹੜਾ ਵੀ ਉਹਨਾਂ ਦੀਆਂ ਵੀ ਉਹ ਕਰੇ, ਅੱਖਾਂ ਦਿਖਾਵੇ ਵੀ ਉਹ ਇੱਕ ਦੂਜੇ ਨਾਲ ਜਦੋਂ ਲੜਦੇ ਨੇ। ਤਾਂ ਇੱਕ ਦਿਨ ਫਿਰ ਪੁਲਿਸ ਨੇ ਛਾਪਾ ਮਾਰਿਆ। ਗੋਰੇ ਦੇ ਘਰੋਂ ਕੁਝ ਵੀ ਨਾ ਨਿਕਲਣ ਕਰਕੇ ਉਹ ਬਚ ਗਿਆ। ਅਸਲ ਵਿੱਚ ਸ਼ਰਾਬ ਕੱਢ ਕੇ ਉਹ ਥੋਕ ਕੇ ਭਾਅ ਸਾਧੂ ਦੇ ਮੁੰਡੇ ਭੂਪੇ ਨੂੰ ਚੁਕਾ ਦਿੰਦਾ ਸੀ। ਹੌਲੀ ਹੌਲੀ ਗੋਰੇ ਨੇ ਦੁਕਾਨ ਪਾ ਲਈ ਅਤੇ ਪੀਣ ਵੀ ਲੱਗ ਗਿਆ। ਇੱਕ ਦਿਨ ਮਹਿੰਦਰੋਂ ਨੇ ਸ਼ਰਾਬ ਵੇਚਣ ਤੋਂ ਮਾਮਲੇ ਵਿੱਚ ਗੋਰੇ ਨੂੰ ਗਾਲਾਂ ਵੀ ਕੱਢੀਆਂ। ਉਹਦੀ ਮਦਰ ਹੈ ਜਿਹੜੀ ਉਹਨੂੰ ਲੜਦੀ ਹੈ ਵੀ ਉਹ ਸ਼ਰਾਬ ਕੱਢਦਾ। ਤਾਂ ਮਹਿੰਦਰੋਂ ਗੋਰੇ ਨੂੰ ਬਾਹਰ ਭੇਜਣ ਲਈ ਸੋਚਦੀ ਆ। ਉਸ ਕਹਿਣ 'ਤੇ ਗਿੰਦਰ ਨੇ ਏਜੰਟ ਨਾਲ ਗੱਲ ਕੀਤੀ ਅਤੇ 50,000 ਰੁਪਏ ਮਲਾਇਆ ਵਾਲਿਆਂ ਤੋਂ 3 ਰੁਪਏ ਵਿਆਜ ਨਾਲ ਲੈ ਲਏ। ਫਿਰ ਇਹ ਸੋਚਦੇ ਆ ਵੀ ਜਿਹੜਾ ਗੋਰਾ ਹੈ ਕਾਫੀ ਲੜਾਈਆਂ ਕਰਦਾ ਜਾਂ ਇਹਦੀ ਮਤਲਬ ਇਹ ਕਾਫੀ ਖ਼ਰਾਬ ਕਰਨ ਲੱਗ ਗਿਆ, ਤਾਂ ਉਹ ਉਹਨਾਂ ਨੂੰ ਬਾਹਰ ਭੇਜਣਾ ਚਾਹੁੰਦੇ ਆ। ਅੰਤ ਉਹ ਦਿਨ ਆ ਗਿਆ ਜਦੋਂ ਗੋਰੇ ਨੇ ਜਹਾਜ਼ ਚੜ੍ਹਨਾ ਸੀ। 6ਵੇਂ-7ਵੇਂ ਦਿਨ ਪਤਾ ਲੱਗਿਆ ਕਿ ਅਜੇ ਵੀਜ਼ਾ ਨਹੀਂ ਆਇਆ। ਖੱਜਲ ਖੁਆਰੀ ਹੋਈ ਤਾਂ ਉਹ ਕਾਬਲ ਡੱਕੇ ਗਏ। ਹੌਲੀ ਹੌਲੀ ਚੋਰੀ ਲੰਘਣਾ ਸੀ, ਕੰਮ ਨਾ ਬਣਿਆ। ਏਜੰਟਾਂ ਦਾ ਜਿਹੜਾ ਬਹਾਨਾ ਲਾ ਕੇ ਖਿਸਕ ਗਿਆ। ਤਾਂ ਇੱਥੇ ਵੀ ਇਹਨਾਂ ਨੂੰ ਫਿਰ ਕਾਫੀ ਪ੍ਰੋਬਲਮ ਆਉਂਦੀ ਹੈ। ਹੁਣ ਗੋਰਾ ਮੁੜ ਪਹਿਲਾਂ ਲੱਛਣਾਂ ਉੱਤੇ ਹੀ ਆ ਗਿਆ। ਜਦੋਂ ਉਹਨੂੰ ਉੱਥੇ ਬਾਹਰ ਜਾਣ ਦੀ ਵੀ ਕੋਈ ਆਸ ਨਹੀਂ, ਤਾਂ ਸ਼ਰਾਬ ਕੱਢਦਾ, ਵੇਚਦਾ, ਪੀਂਦਾ। ਤਾਂ ਫਿਰ ਉਹੀ ਜਿਹੜੇ ਪਹਿਲਾਂ ਉਹ ਕੰਮ ਕਰਦਾ ਸੀ ਉਹੀ ਕੰਮ ਫਿਰ ਕਰਨ ਲੱਗ ਗਿਆ। ਇਸ ਤਰ੍ਹਾਂ ਘਰ ਵਿੱਚ ਜਿਹੜਾ ਕਲੇਸ਼ ਪਿਆ ਰਹਿੰਦਾ ਸੀ। ਅੰਤ ਮਲਾਇਆ ਵਾਲਿਆਂ ਨੇ ਕਿਹਾ ਕਿ ਜੇਕਰ ਗੋਰਾ ਨਹੀਂ ਮੰਨਦਾ ਤਾਂ 5 ਦਿਨਾਂ ਵਿੱਚ ਪੈਸੇ ਵਾਪਸ ਕਰ ਦੇਣ। ਗਿੰਦਰ ਨੂੰ ਗੋਰੇ ਦੇ ਰਵੱਈਏ 'ਤੇ ਬਹੁਤ ਗੁੱਸਾ ਸੀ, ਕਿਉਂਕਿ ਇੱਕ ਦਿਨ ਗੋਰਾ ਸ਼ਰਾਬ ਪੀ ਕੇ ਆਇਆ। ਮਹਿੰਦਰੋਂ ਨੇ ਗੋਰੇ ਨੂੰ 2-3 ਵਾਰੀ ਰੋਟੀ ਖਾਣ ਲਈ ਕਿਹਾ, ਪਰ ਜਦੋਂ ਇਨਕਾਰ ਕਰ ਦਿੱਤਾ ਤਾਂ ਉਹ ਦੇਖ ਕੇ ਬੁਰਾ ਭਲਾ ਬੋਲਣ ਲੱਗੀ। ਗਿੰਦਰ ਨੇ ਉਸਨੂੰ ਕਿਹਾ ਕਿ ਜੇਕਰ ਉਹ ਗੱਲ ਨਹੀਂ ਮੰਨਣਾ ਚਾਹੁੰਦਾ ਤਾਂ ਉਹ ਘਰੋਂ ਨਿਕਲ ਜਾਵੇ। ਤਾਂ ਉਹਨੇ ਚਪੇੜ ਵੀ ਮਾਰੀ ਉਹਦੇ। ਤਾਂ ਕਾਫੀ ਜਿਹੜੀਆਂ ਆਪਸ ਵਿੱਚ ਜਿਹੜੀ ਉਹਨਾਂ ਦਾ ਪਿੱਟ ਸਿਆਪਾ ਹੋਇਆ। ਉਦੋਂ ਬਾਅਦ ਗੁਰਦੇਵ ਜਿਹੜਾ ਇਹਨਾਂ ਦੇ ਵਿੱਚ ਚਪੇੜਾਂ ਮਾਰੀਆਂ ਜਾਂਦੀਆਂ, ਇੰਨੇ ਨੂੰ ਥੰਮਣ ਵੀ ਘਰ ਵਾਲੀ ਗੁਰਦੇਵ ਆ ਕੇ ਗੋਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ। ਤਾਂ ਉਹ ਕਹਿੰਦੇ ਵੀ ਪਰ ਉਸਨੇ ਕਿਹਾ ਕਿ ਉਹ ਸੀਰੀ ਨਹੀਂ ਰਲੇਗਾ। ਉਹ ਕਿਸੇ ਨੂੰ ਨਹੀਂ ਸੀ ਕਿਹਾ ਅਤੇ ਉਹ ਕਿਸੇ ਨੂੰ 5,000 ਉਧਾਰ ਲੈਣ। ਇਹ ਸੁਣ ਕੇ ਗਿੰਦਰ ਆਪੇ ਤੋਂ ਬਾਹਰ ਹੋ ਗਿਆ ਅਤੇ ਗੋਰੇ ਨੂੰ ਕੁੱਟਣ ਮਾਰਨ ਲੱਗਿਆ, ਕਿਉਂਕਿ ਉਹ ਹੁਣ ਬਹੁਤ ਇਹੋ ਜਿਹੇ ਕੰਮ ਕਰਨ ਲੱਗ ਗਿਆ ਸੀ ਵੀ ਜਿਹਦੇ ਕਰਕੇ ਉਹਨਾਂ ਦੇ ਘਰ ਦਾ ਜਿਹੜਾ ਕਲੇਸ਼ ਕਾਫੀ ਵੱਧ ਗਿਆ। ਇੰਨੇ ਕੁ 4 ਜਾਣੇ ਹੋਰ ਆ ਗਏ। ਗੋਰਾ ਭੁੱਬੀ ਰੋਣ ਲੱਗਿਆ ਅਤੇ ਆਪਣੇ ਆਪ ਨੂੰ ਛੁਡਾ ਕੇ ਬਾਹਰ ਨਿਕਲਿਆ। ਜਦੋਂ ਉਹ ਖੇਤਾਂ ਵਿੱਚ ਪਹੁੰਚਿਆ ਤਾਂ ਪਿੰਡ ਦੀ ਬਿਜਲੀ ਬੰਦ ਹੋ ਗਈ ਅਤੇ ਚੁਫੇਰੇ ਗੁਬਾਰ ਪਸਰ ਗਿਆ। ਸੋ ਹੁਣ ਇਹ ਜਿਹੜੀ ਆਪਣੀ ਕਹਾਣੀ ਦਾ ਵਿਸ਼ਾ ਹੈ, ਇੱਥੋਂ ਪੜ੍ਹ ਕੇ ਆਪਾਂ ਨੂੰ ਕਲੀਅਰ ਹੋ ਗਿਆ ਵੀ ਜਿਹੜੇ ਘੱਟ ਜ਼ਮੀਨਾਂ ਵਾਲੇ ਕਿਸਾਨ ਹੈ ਉਹਨਾਂ ਦੇ ਵਿੱਚ ਗਰੀਬੀ, ਫਿਰ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕਲੇਸ਼ ਰਹਿੰਦਾ, ਗਾਲੀ ਗਲੋਚ ਹੁੰਦਾ, ਨਸ਼ੇ ਦਾ ਕਾਰਨ ਜਿਹੜਾ ਬੱਚਿਆਂ ਦੇ ਵਿੱਚ ਆਉਣ ਦਾ ਹੁੰਦਾ ਵੀ ਘਰ ਦਾ ਕਲੇਸ਼, ਗਰੀਬੀ। ਤਾਂ ਉਹਦੇ ਕਰਕੇ ਜਿਹੜੀਆਂ ਇਹ ਚੀਜ਼ਾਂ ਫੈਮਲੀਜ਼ ਦੇ ਵਿੱਚ ਆ ਜਾਂਦੀਆਂ, ਜਿਹਦੇ ਕਰਕੇ ਬੱਚਿਆਂ ਦੇ ਮਾੜੇ ਪ੍ਰਭਾਵ ਪੈਂਦੇ ਆ। ਤਾਂ ਮੇਨ ਇਹਦੇ ਵਿੱਚ ਗਰੀਬੀ ਹੈ, ਜਿਹੜੇ ਘੱਟ ਜ਼ਮੀਨਾਂ ਵਾਲੇ ਕਿਸਾਨ ਆ ਉਹਨਾਂ ਦੀਆਂ ਪਰਿਵਾਰਿਕ ਸਮੱਸਿਆਵਾਂ ਹੈ, ਕਲੇਸ਼ ਹੈ, ਗਾਲੀ ਗਲੋਚ ਹੈ, ਮਾਰ ਕੁਟਾਈ ਹੈ,
ਉਹਦੇ ਵਿੱਚ ਨਸ਼ੇਬਾਜ਼ੀ ਵੀ ਹੋ ਜਾਂਦੀ ਹੈ, ਕਰਜ਼ਾ ਹੋ ਜਾਂਦਾ ਹੈ, ਤਾਂ ਸ਼ੋਸ਼ਣ ਹੁੰਦਾ ਜਿਹੜਾ ਸਮਾਜ ਦੇ ਵਿੱਚ। ਜਿਵੇਂ ਗੋਰੇ ਨਾ ਹੁੰਦਾ, ਕੋਈ ਉਹਨੂੰ ਡਰਾਈਵਰ ਰੱਖ ਕੇ ਵੀ ਉੱਤੇ ਸ਼ੋਸ਼ਣ ਕਰਦਾ, ਕੋਈ ਸੀਰੀ ਲਾ ਕੇ ਕਿਸੇ ਦੁਕਾਨ 'ਤੇ ਲਾ ਕੇ, ਤਾਂ ਉਹਨੂੰ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਉਸ ਬੱਚੇ ਨਾਲ ਸ਼ੋਸ਼ਣ ਹੁੰਦਾ। ਤਾਂ ਫਿਰ ਉਹ ਲਾਸਟ 'ਤੇ ਮਾਨਸਿਕ ਪਰੇਸ਼ਾਨ ਹੋ ਕੇ ਨਸ਼ੇ ਕਰਨ ਲੱਗ ਜਾਂਦਾ ਹੈ। ਘਰ ਦੇ ਵਿੱਚ ਮਾਹੌਲ ਹੈ, ਸ਼ਰਾਬ ਕੱਢੀ ਜਾਂਦੀ ਹੈ, ਤਾਂ ਉਹ ਬੱਚਾ ਵੀ ਉਹੀ ਕੰਮ ਆਪਦੇ ਫਾਦਰ ਨੂੰ ਦੇਖ ਕੇ ਸਿੱਖਦਾ। ਤਾਂ ਇਹ ਜਿਹੜੀਆਂ ਸਮੱਸਿਆਵਾਂ ਨਿਕਲ ਕੇ ਇੱਕ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਆਉਂਦੀਆਂ, ਜਿਨ੍ਹਾਂ ਕੋਲ ਪੈਸੇ ਦੀ ਕਮੀ ਹੈ, ਜੋ ਕਰਜ਼ੇ ਦੇ ਵਿੱਚ ਦੱਬੇ ਹੋਏ ਹੈ, ਉਹਨਾਂ ਦੇ ਬੱਚਿਆਂ ਦਾ ਕੀ ਮਾਹੌਲ ਹੈ, ਉਹਨਾਂ ਦਾ ਪਰਿਵਾਰਾਂ ਦੇ ਵਿੱਚ ਕਲੇਸ਼ ਕਿਉਂ ਹੈ। ਤਾਂ ਇਹ ਜਿਹੜੇ ਇਸ ਨਾਵਲ ਦਾ ਵਿਸ਼ੇ ਸੀਗੇ। ਸੋ ਪੂਰੀ ਉਮੀਦ ਹੈ ਵੀ ਤੁਹਾਨੂੰ ਇਹ ਜਿਹੜਾ ਨਾਵਲ ਹੈ ਸਮਝ ਆਇਆ ਹੋਵੇਗਾ। ਧੰਨਵਾਦ।